D4 न्यूज़ देख रहे तमाम दोस्तों को दीपक भंडारी का नमस्कार। आज हम पहुंचे हैं अमृतसर के सिविल सर्जन कार्यालय में। आपको बता दें कि जो कोरोना की वैक्सीन पहले निजी अस्पतालों से आपको 250 रुपये में मिल रही थी, अब वो शायद वो दिन पुराने हो गए। अब 250 रुपये की वैक्सीन नहीं मिलेगी। पंजाब सरकार की ओर से नए आदेश जारी किए गए हैं। जो जो भी अस्पताल पहले सीधे कंपनियों से वैक्सीन खरीदते थे, अब वह सीधे तौर पर वैक्सीन भी नहीं खरीद सकेंगे। आपको बता दें, कुछ प्राइवेट अस्पतालों की ओर से सीधे तौर पर कंपनियों से वैक्सीनेशन खरीदने की कोशिश की गई थी। शहर के जाने माने अस्पताल भी उनमें शामिल थे। 1070 रुपये की ये वैक्सीन खरीदी जा रही थी उनसे और लोगों को 1500 रुपये में लगाई जा रही थी, जिसे लोग लगवा कर खुश थे। लेकिन लोगों को ये उम्मीद थी शायद कभी वैक्सीनेशन की सप्लाई ठीक होगी तो फिर से उन्हें ये सस्ती वैक्सीन मिल जाएगी। लेकिन अब ये उनका सपना ही रहेगा, क्योंकि सरकार ने अब पाबंदी लगा दी है। कोई भी प्राइवेट अस्पताल सीधे तौर पर किसी भी कंपनी को पैसे भेजकर अपने लिए वैक्सीन नहीं खरीद सकेगा। अब ये पैसे पंजाब सरकार के अकाउंट में जाएंगे, फिर पंजाब सरकार वो वैक्सीन खरीदेगी और अस्पताल को भेजेगी। तमाम सिविल सर्जनों को ये पंजाब सरकार के आदेश भी जारी कर दिए गए हैं। इसी को लेकर हम बात करेंगे सिविल सर्जन डॉक्टर चरणजीत सिंह के साथ कि आखिरकार उनका क्या कहना है। आपको बता दें कि ये कोरोना की वैक्सीन की लगातार शॉर्टेज चल रही है। अभी तक जिले में केवल 7% मरीजों को ही कोरोना मरीज नहीं, जनसंख्या को ही वैक्सीनेशन 7% लोगों को लग पाई है। कब 100% का आंकड़ा पूरा होगा, ये समस्या पर है। आइए हम ले चलते हैं सिविल सर्जन डॉक्टर चरणजीत सिंह के पास, उनका क्या कहना है। हमारे साथ हैं अमृतसर के सिविल सर्जन डॉक्टर चरणजीत सिंह। इनसे बात करते हैं कि आखिरकार ये नए आदेश कब से लागू हो रहे हैं, उनमें क्या क्या जो है प्राइवेट अस्पतालों को क्या निर्देश जारी किए गए हैं। सर नमस्कार जी। नमस्कार डॉक्टर साहब। डॉक्टर साहब, ਜਿਹੜੇ कोरोना ਨੂੰ ਲੈ ਕੇ ਇੱਕ ਨਵੇਂ ਸਰਕਾਰ ਦੇ ਆਰਡਰ ਆਏ हैं कि ਹੁਣ डायरेक्ट तौर ਤੇ ਵੈਕਸੀਨੇਸ਼ਨ ਜਿਹੜੀ ਕੰਪਨੀਆਂ ਤੋਂ ਨਹੀਂ ਖਰੀਦ ਸਕਣਗੇ ਪ੍ਰਾਈਵੇਟ ਹਸਪੀਟਲ, ਉਹਦੇ ਬਾਰੇ ਥੋੜਾ ਦੱਸਣਾ। ਨਹੀਂ, ਉਹ ਸਰਕਾਰ ਨੇ ਇੱਕ ਅਕਾਊਂਟ ਨੰਬਰ ਜਿਹੜਾ ਹੈਗਾ ਸਰਕਾਰ ਦੇ ਪੱਧਰ 'ਤੇ, ਚੰਡੀਗੜ੍ਹ ਪੱਧਰ 'ਤੇ ਇੱਕ ਅਸੀਂ ਕ੍ਰੀਏਟ ਕਰਤਾ ਅਤੇ ਉਹਦੇ 'ਚ ਪ੍ਰਾਈਵੇਟ ਹਸਪੀਟਲ ਵੀ, ਈਵਨ ਜਿਹੜੀ ਇੰਡਸਟਰੀ ਆ ਉਹਨੂੰ ਵੀ ਸਰਕਾਰ ਪ੍ਰਮੋਟ ਕਰ ਰਹੀ ਤਾਂ ਕਿ ਜਿਹੜੇ ਇੰਡਸਟਰੀ ਵਰਕਰ ਆ ਉਹਨਾਂ ਦੀ ਵੈਕਸੀਨੇਸ਼ਨ ਹੋਣੀ ਚਾਹੀਦੀ ਆ। ਇਸ ਤਰ੍ਹਾਂ ਜਿਹੜੇ ਹੋਰ ਬਿਗ ਹਾਊਸਿਸ ਦੇ ਕਾਰਪੋਰੇਟ ਨੇ, ਉਹ ਸਾਰਿਆਂ ਲਈ ਅਸੀਂ ਇੱਕ ਨੰਬਰ ਕ੍ਰੀਏਟ ਕਰਤਾ ਵਾ ਅਤੇ ਉਸ ਨੰਬਰ 'ਚ ਉਹ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਉਣਗੇ ਸਰਕਾਰ ਕੋਲ, ਅਤੇ ਉਹ ਜਿਹੜੀ ਵੈਕਸੀਨ ਹੈਗੀ ਆ ਉਹ ਇਸ਼ੂ ਹੋ ਕੇ ਸਾਡੇ ਕੋਲ ਆ ਜਾਏਗੀ। ਅਤੇ ਜਦੋਂ ਸਾਨੂੰ ਉਹ ਦਿਖਾਉਣਗੇ ਕਿ ਸਾਡੇ ਆਹ ਅਕਾਊਂਟ 'ਚ ਇੰਨੇ ਪੈਸੇ ਜਮ੍ਹਾਂ ਹੋ ਗਏ, ਅਸੀਂ ਵੈਰੀਫਾਈ ਕਰਕੇ ਜਿਹੜੀ ਵੈਕਸੀਨ ਆ ਉਹਨਾਂ ਨੂੰ ਇਸ਼ੂ ਕਰ ਦਾਂਗੇ। ਅਤੇ ਪੋਰਟਲ ਅਸੀਂ ਜਿਹੜਾ ਹੈਗਾ ਉਹਨਾਂ ਦਾ ਸੈਸ਼ਨ ਸਾਈਟ ਜਿਹਨੂੰ ਕਿ ਅਸੀਂ ਕਹਿੰਦੇ ਹਾਂ, ਉਹ ਸਾਡੇ ਜਿਹੜਾ ਵਿੰਗ ਹੈਗਾ ਟੈਕਨੀਕਲ ਵਿੰਗ UNDP ਦਾ, ਅਸੀਂ ਉੱਥੇ ਪ੍ਰੋਪਰ ਉਹਨੂੰ ਕ੍ਰੀਏਟ ਕਰਕੇ ਉਹਦੀ ਮੋਨੀਟਰਿੰਗ ਕਰਾਂਗੇ। ਇਸ ਤੋਂ ਪਹਿਲੇ ਤੇ ਡਾਇਰੈਕਟ ਕੰਪਨੀ ਕੋ ਖਰੀਦੀ ਜਾ ਰਹੀ ਸੀ ਵੈਕਸੀਨੇਸ਼ਨ, ਪ੍ਰਾਈਵੇਟ ਹਸਪੀਟਲ ਵੀ ਖਰੀਦ ਰਹੇ ਸੀਗੇ, ਤੇ ਇਹ ਨਵੇਂ ਆਦੇਸ਼ਾਂ ਦੀ ਜ਼ਰੂਰਤ ਕਿਉਂ ਪਈ? ਨਹੀਂ, ਇੱਕ ਉਹ ਰੈਗੂਲੇਸ਼ਨ ਹੁੰਦੀ ਹੈ, ਸਰਕਾਰ ਨੂੰ ਹੁੰਦਾ ਕਿ ਪਤਾ ਲੱਗੇ ਸਰਕਾਰ ਨੂੰ ਕਿ ਕਿੱਥੇ ਵੈਕਸੀਨ ਆ ਰਹੀ ਹੈ, ਕਿੱਥੇ ਜਾ ਰਹੀ ਹੈ, ਤਾਂ ਕਿ ਉਹ ਇੱਕ ਰੈਗੂਲੇਸ਼ਨ ਹੀ ਪਾਰਟ ਹੈਗਾ। ਉਹਦੇ 'ਚ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈਗੀ ਕਿ ਉਹ 'ਚ ਕਿਸੇ ਨੂੰ ਕੋਈ ਨੁਕਸਾਨ ਵਾਲੀ ਗੱਲ ਹੈਗੀ ਹੈ। ਜਸਟ ਇੱਕ ਪਾਰਟ ਆਫ ਮੈਨੇਜਮੈਂਟ ਹੈਗਾ ਇਹ। ਅੱਛਾ, ਸਰਕਾਰ ਵੈਸੇ ਤਾਂ ਵੈਕਸੀਨੇਸ਼ਨ ਕੰਪਨੀਆਂ ਕੋ ਡਾਇਰੈਕਟ ਜਿਹੜੀ ਸੀਗੀ ਪ੍ਰਾਈਵੇਟ ਖਰੀਦ ਰਹੀ 400 ਰੁਪਏ ਦੀ ਡੋਜ਼, ਪਰ ਇਹਨਾਂ ਨੂੰ ਵੇਚ ਰਹੀ 1060 ਰੁਪਏ ਦੀ। ਇਹ ਕਿਆ ਹੁਣ ਇਸ ਕਰਕੇ ਇਹ ਨਹੀਂ ਲੱਗਦਾ ਵੀ ਪਬਲਿਕ 'ਤੇ ਬੋਝ ਪਏਗਾ ਐਕਸਟਰਾ? ਨਹੀਂ, ਬਿਲਕੁਲ ਜਿਹੜਾ ਰੇਟ ਆ ਉਹ ਕੰਪਨੀ ਦੇ ਰੇਟਸ ਹੈਗੇ। ਜਿਹੜੀ ਕੋਈ ਖਰੀਦੀ, ਜਿਸ ਤਰ੍ਹਾਂ ਅਮਨਦੀਪ ਨੇ ਖਰੀਦੀ ਆ, ਉਹਨਾਂ ਨੇ ਡਾਇਰੈਕਟ ਕੰਪਨੀ ਤੋਂ ਪਰਚੇਜ਼ ਕੀਤੀ ਆ 10,070 ਦੇ ਅਰਾਊਂਡ, ਅਤੇ ਉਹ ਕੰਪਨੀ ਕਾਸਟ ਹੈਗੀ ਆ। ਸਰਕਾਰ ਨੇ ਉਹ 'ਚ ਕੋਈ ਬੈਨੀਫਿਟ ਨਹੀਂ ਲੈਣਾ। ਸਰਕਾਰ ਤਾਂ ਬਲਕਿ ਦੇਖੋ ਬਿਲਕੁਲ ਫ੍ਰੀ ਵੈਕਸੀਨ ਜਿਹੜੀ ਆ ਅੰਮ੍ਰਿਤਸਰ ਵਿੱਚ ਵੀ ਤਕਰੀਬਨ ਜਿਹੜੀ ਆ 2,90,000 ਲੋਕਾਂ ਨੂੰ ਫਸਟ ਡੋਜ਼ ਲੱਗੀ ਆ, 72,000 ਲੋਕਾਂ ਨੂੰ ਸੈਕੰਡ ਡੋਜ਼ ਲੱਗੀ ਆ, 3,60,000 ਜਿਹੜੀ ਅੰਮ੍ਰਿਤਸਰ 'ਚ ਡੋਜ਼ ਲੱਗੀ ਆ ਉਹ ਬਿਲਕੁਲ ਫ੍ਰੀ ਆਫ ਕਾਸਟ ਲੱਗੀ ਆ। ਡਾਕਟਰ ਸਾਹਿਬ, ਕਿੰਨੇ ਲੋਕ ਨੇ ਪ੍ਰਾਈਵੇਟ ਜਿਹੜੇ ਲਗਾ ਰਹੇ ਸੀ ਅੰਮ੍ਰਿਤਸਰ 'ਚ? ਇੱਕ ਤਾਂ ਤੁਸੀਂ ਇੱਕ ਅਮਨਦੀਪ ਹਸਪੀਟਲ ਕਿਹਾ ਜੀ, ਹੋਰ ਕੁਛ ਲੋਕ ਵੀ ਨੇ ਜਿਨ੍ਹਾਂ ਨੇ ਅਪਰੋਚ ਕੀਤਾ ਵੀ ਇਸ ਪ੍ਰਾਈਵੇਟ ਅਸੀਂ ਆਪਣੇ ਤੌਰ 'ਤੇ ਪੱਧਰ 'ਤੇ ਲਗਾਉਣਾ ਚਾਹੁੰਦੇ ਵੈਕਸੀਨ? ਕੁਛ ਹਸਪੀਟਲ ਜਿਹੜੇ ਨੇ, ਮੈਡੇਡ ਹੈਗਾ ਉਹਨੇ ਅਪਰੋਚ ਕੀਤਾ, ਕੁਝ ਹੋਰ ਹਸਪੀਟਲ ਨੇ ਇਸ ਤਰ੍ਹਾਂ ਕੁਛ ਪ੍ਰਾਈਵੇਟ ਕਾਰਪੋਰੇਟ ਹਾਊਸਿਸ ਜਿਸ ਤਰ੍ਹਾਂ ਡੋਮੀਨੋਜ਼ ਹੈਗਾ, ਉਹਨਾਂ ਦੀ ਵੀ ਜਿਹੜੀ ਮੈਡੀਸਨ ਹੈਗੀ ਵੈਕਸੀਨ ਉਹ ਪਰਚੇਜ਼ ਹੋ ਗਈ ਆ, ਅਤੇ ਉਹਨਾਂ ਨੇ ਸਾਡੇ ਤੋਂ ਅਲਾਓ ਕਰਾਇਆ ਹੈਗਾ ਕਿ ਉਹ ਆਪਦੇ ਵਰਕਰ ਜਿਹੜੇ ਹੈਗੇ ਅੰਮ੍ਰਿਤਸਰ ਦੇ, ਉਹਨਾਂ ਨੂੰ ਵੈਕਸੀਨੇਸ਼ਨ ਹੋ ਗਈ। ਇਸ ਤਰ੍ਹਾਂ ਜਿਹੜੇ ਵੱਡੇ ਇੰਡਸਟਰੀਅਲ ਹਾਊਸਿਸ ਆ ਉਹ ਵੀ ਅਪਰੋਚ ਕਰ ਰਹੇ ਹੈਗੇ ਆ ਕਿ ਦੇ ਵਾਂਟ ਕਿ ਉਹਨਾਂ ਦੇ ਜਿਹੜੇ ਵਰਕਰ ਹੈਗੇ ਉੱਥੇ ਉਹਨਾਂ ਦੀ ਵੈਕਸੀਨੇਸ਼ਨ ਹੋ ਜੇ। ਅੱਛਾ ਡਾਕਟਰ ਸਾਹਿਬ, ਇਹ ਖਰੀਦਣਗੇ ਤੇ 1070 ਦੀ ਕੋਈ ਸਰਕਾਰ ਨੇ ਫਿਕਸ ਕੀਤੇ ਰੇਟ ਵੀ ਵੇਚਣ ਲਗਾਉਣਗੇ ਕਿੰਨੇ ਦੀ ਹੈ? ਨਹੀਂ, ਉਹਦੇ ਵਿੱਚ ਕੋਈ ਕੈਪਿੰਗ ਨਹੀਂ ਹੈਗੀ, ਸਰਕਾਰ ਵੱਲੋਂ ਕੋਈ ਕੈਪਿੰਗ ਨਹੀਂ ਹੈਗੀ ਕਿ ਉਹਨਾਂ ਨੇ ਜਿਹੜੇ ਉਹਦੇ ਸਰਵਿਸ ਚਾਰਜਸ ਜੋ ਜੈਨੂਨ ਹੋਣਗੇ ਉਹ ਪਾ ਕੇ ਉਹ ਵੈਕਸੀਨ ਜਿਹੜੀ ਆ ਉਹ ਲਗਾਉਣਗੇ। ਅੱਛਾ ਡਾਕਟਰ ਸਾਹਿਬ, ਪਹਿਲੇ ਉਹ ਸਮਝਿਆ ਜਾਵੇ ਜਿਹੜੀ ਸਰਕਾਰ ਦੀ ਉਹ ਸਕੀਮ ਸੀ, ਪਹਿਲੇ ਪ੍ਰਾਈਵੇਟ ਹਸਪੀਟਲਾਂ ਨੂੰ ਕੋਲੋਂ ਦਿੱਤੀ ਜਾ ਰਹੀ ਸੀ ਵੈਕਸੀਨ, ਜਿਹਦੇ 250 ਰੁਪਏ ਲਿਆ ਜਾ ਰਿਹਾ ਸੀ, ਉਹ ਸਕੀਮ ਹੁਣ ਬੰਦ ਹੋ ਗਈ ਹੈ ਜੀ? ਹਾਂਜੀ, ਉਹ ਜਿਹੜੀ ਸੀ ਸਕੀਮ ਉਹ ਗੌਰਮੈਂਟ ਨੇ ਜਿਹੜੀ ਸੀਗੀ ਉਹ 1 ਮਈ ਤੋਂ ਜਿਹੜੀ ਹੈਗੀ ਉਹ ਬੰਦ ਕਰਤੀ ਸੀ। ਉਹਨਾਂ ਨੂੰ ਜਿਹੜੀ ਵੈਕਸੀਨ ਉਹਨਾਂ ਨੇ ਪਰਚੇਜ਼ ਕੀਤੀ ਸੀ,
ਨੈਚੁਰਲੀ ਹੁਣ ਕੰਪੀਟੀਸ਼ਨ ਦੇ ਮੁਤਾਬਕ ਜੋ ਰੇਟ ਫਿਕਸ ਹੋ ਰਹੇ ਨੇ ਗਵਰਨਮੈਂਟ ਦੇ, ਉਹਦੇ ਮੁਤਾਬਕ ਦਿੱਤੀ ਜਾ ਰਹੀ ਹੈ। ਅੱਛਾ ਡਾਕਟਰ ਸਾਹਿਬ, ਸਰਕਾਰੀ ਜਿੱਥੇ ਵੀ ਲੱਗ ਰਹੀ ਸੀ ਵੈਕਸੀਨੇਸ਼ਨ, ਉੱਥੇ ਪਹਿਲੇ ਕਿਹਾ ਗਿਆ ਸੀ ਵੀ 18 ਤੋਂ 44 ਜਿਹੜੀ ਏਜ ਗਰੁੱਪ ਹੈ ਉਹਨਾਂ ਨੂੰ ਲਗਾਇਆ ਜਾਏਗਾ, ਬਟ ਉਹ ਲਗਾਇਆ ਨਹੀਂ ਗਿਆ, ਸਿਰਫ ਕੁਝ ਜਿਹੜੀ ਹੈ ਸਿਲੈਕਟਿਵ ਗਰੁੱਪਸ ਨੂੰ ਲਗਾਇਆ ਜਾ ਰਿਹਾ। ਬਟ ਜਿਹੜੇ ਪ੍ਰਾਈਵੇਟ ਨੇ, ਕਿਆ ਉਹਨਾਂ ਨੂੰ ਅਲਾਉ ਕੀਤਾ ਜਾਏਗਾ ਜੀ ਸਭ ਨੂੰ, ਜਿਹਨੂੰ ਮਰਜ਼ੀ ਲਗਾਉਣ? ਹਾਂਜੀ, ਪ੍ਰਾਈਵੇਟ ਨੂੰ ਜਿਹੜੇ ਉਹ ਵੈਕਸੀਨ ਪਰਚੇਜ਼ ਕਰਨਗੇ, ਅਸੀਂ ਉਹਨੂੰ 18 ਤੋਂ 44 ਉਹ ਕਿਸੇ ਵੀ ਗਰੁੱਪ ਨੂੰ ਲਗਾ ਸਕਦੇ, ਭਾਵੇਂ ਉਹ ਕੋਮੋਰਬਿਡ ਹੈ ਜਾਂ ਨਹੀਂ ਹੈ, ਉਹ ਬੰਦਾ ਹੈਲਥ ਵਰਕਰ ਹੈ ਕਿ ਨਹੀਂ ਹੈ, ਉਹ ਆਲ ਓਪਨ, ਇਟ ਇਜ਼ ਓਪਨ ਫॉर ਆਲ। ਉਹ 18 ਤੋਂ 44 ਕਿਸੇ ਵਿਅਕਤੀ ਨੂੰ ਜਿਹੜਾ ਇੰਜੈਕਸ਼ਨ ਲਗਾ ਸਕਦੇ ਆ। ਉਹ ਡਾਕਟਰ ਸਾਹਿਬ ਇਸ ਤੋਂ ਬਗੈਰ ਇਲਾਵਾ ਕੋਈ ਇਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਪ੍ਰਾਈਵੇਟ ਹਸਪੀਟਲਸ ਨੂੰ ਵੀ ਇਹਨਾਂ ਗਾਈਡਲਾਈਨਸ ਦਾ ਖਿਆਲ ਰੱਖਣਾ ਹੈ? ਨਹੀਂ, ਬਿਲਕੁਲ ਪ੍ਰੋਟੋਕੋਲ ਜਿਹੜਾ ਵੈਕਸੀਨੇਸ਼ਨ ਦਾ ਹੈਗਾ, ਉਹ ਗਾਈਡਲਾਈਨ ਸਟ੍ਰਿਕਟਲੀ ਦੇ ਹੈਵ ਟੂ ਮੋਨੀਟਰ। ਉੱਥੇ ਵੈਕਸੀਨੇਸ਼ਨ ਲਈ ਪਹਿਲਾਂ ਤਾਂ ਹੈਗਾ ਕਿ ਸਟਾਫ ਸ਼ੁੱਡ ਬੀ ਟ੍ਰੇਨਡ, ਉਹਨੂੰ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਆਲਰੇਡੀ। ਸੈਕੰਡ ਹੈਗਾ ਕਿ ਉਹ ਪ੍ਰੋਪਰ ਉੱਥੇ ਵੈਕਸੀਨੇਸ਼ਨ ਰੂਮ ਹੋਣਾ ਚਾਹੀਦਾ, ਆਬਜ਼ਰਵੇਸ਼ਨ ਰੂਮ ਹੋਣਾ ਚਾਹੀਦਾ, ਅਤੇ 30 ਮਿੰਟਸ ਦੀ ਜਿਹੜੀ ਆਬਜ਼ਰਵੇਸ਼ਨ ਆ ਉਹ ਮੈਂਡੇਟਰੀ ਕੀਤੀ ਗਈ ਹੈ ਕਿ ਆਬਜ਼ਰਵ ਕਰਨ। ਐਂਡ ਉੱਥੇ ਫਸਟ ਏਡ ਕਿੱਟ ਜਿਹੜੀ ਹੈ ਉਹਨਾਂ ਨੂੰ ਮੈਂਡੇਟਰੀ ਕਰਾਈ ਹੈ ਕਿ ਫਸਟ ਏਡ ਕਿੱਟ ਉੱਥੇ ਹੋਣੀ ਚਾਹੀਦੀ ਹੈ। ਇਨ ਕੇਸ ਕੋਈ ਰਿਐਕਸ਼ਨ ਹੁੰਦਾ ਤੇ ਦੇ ਸ਼ੁੱਡ ਬੀ ਏਬਲ ਟੂ ਟ੍ਰੀਟ ਦਾ ਪੇਸ਼ੈਂਟ ਇਮੀਡੀਏਟਲੀ। ਅਤੇ ਸਾਡੇ ਵੀ ਧਿਆਨ 'ਚ ਉਹਨੂੰ ਕਿਹਾ ਕਿ ਸਾਡੇ ਤੁਸੀਂ ਇਮੀਡੀਏਟਲੀ ਸਾਡੇ ਧਿਆਨ 'ਚ ਲਿਆਉਣਾ। ਡਾਕਟਰ ਸਾਹਿਬ, ਪ੍ਰਾਈਵੇਟ ਹਸਪੀਟਲਸ 'ਤੇ ਰਿਸਟ੍ਰਿਕਸ਼ਨ ਲਗਾਤੀਆਂ, ਪਰ ਜਿਹੜੇ ਕੈਂਪਸ ਲਗਾਏ ਜਾ ਰਹੇ ਉੱਥੇ ਇਹਨਾਂ ਚੀਜ਼ਾਂ ਦਾ ਕੋਈ ਫੋਲੋ ਨਹੀਂ ਕੀਤਾ ਜਾ ਰਿਹਾ, ਕੋਈ 30 ਮਿੰਟ ਨਹੀਂ ਆਬਜ਼ਰਵੇਸ਼ਨ 'ਚ ਰੱਖਿਆ ਜਾਂਦਾ ਪੇਸ਼ੈਂਟ ਨੂੰ। ਨਹੀਂ, ਇਹ ਦੇਖੋ ਅਸੀਂ ਤਾਂ ਹਦਾਇਤਾਂ ਉੱਥੇ ਲਾਈਆਂ ਨੇ, ਕਹਿੰਦੇ ਵੀ, ਪਰ ਜੇ ਲੋਕ ਨਹੀਂ ਮੰਨਦੇ ਤਾਂ ਇਹ ਤਾਂ ਲੋਕਾਂ ਨੂੰ ਆਪ ਚਾਹੀਦਾ ਕਿ ਜੇ ਮੈਨੂੰ ਕੋਈ ਮੈਂ ਇੰਜੈਕਸ਼ਨ ਲਾਇਆ ਤਾਂ ਮੈਂ ਵੇਟ ਕਰਾਂ। ਅਸੀਂ ਤਾਂ ਜਿਵੇਂ ਤੁਸੀਂ ਰਾਧਾ ਸਵਾਮੀ ਘਰ ਸਤਸੰਗ ਘਰ ਜਾਓਗੇ ਦੇਖੋਗੇ ਕਿਹੜੇ ਵੱਡੇ ਹਾਲ ਅਸੀਂ ਬਣਾਏ ਇਸੇ ਲਈ ਲਏ ਨੇ ਕਿ ਲੋਕ ਵੇਟ ਕਰ, ਪਰ ਲੋਕ ਵੇਟ ਨਹੀਂ ਕਰਦੇ। ਉਹ ਅਸੀਂ ਵਾਰ-ਵਾਰ ਅਪੀਲ ਕਰ ਰਹੇ ਹਾਂ, ਅਸੀਂ ਤੁਹਾਡੇ ਚੈਨਲ ਦੇ ਰਾਹੀਂ ਪਹਿਲਾਂ ਵੀ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਆਪ ਜ਼ਿੰਮੇਵਾਰੀ ਬਣਦੀ ਆ ਕਿ ਮੈਂ ਜੇ ਟੀਕਾ ਲਵਾਉਣ ਚੱਲਿਆ, ਮੈਂ ਬਾਹਲਾ ਉੱਥੇ ਇਕੱਠ ਨਾ ਕਰਾਂ, ਮੈਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਾਂ, ਜੇ ਮੇਰੇ ਟੀਕਾ ਲੱਗ ਗਿਆ ਤਾਂ ਮੈਂ ਵੇਟ ਕਰਾਂ। ਲੋਕਾਂ ਵਿੱਚ ਆਪ ਹੀ ਕਾਹਲਾ ਪੈਨ ਹੈ ਕਿ ਜਲਦੀ ਆਉਣਾ ਅਤੇ ਜਲਦੀ ਜਾਣਾ। ਉਸ ਚੀਜ਼ ਨੂੰ ਅਸੀਂ ਅਵਾਇਡ ਕਰਨ ਲਈ ਆਲਰੇਡੀ ਜਿਹੜੇ ਸਾਡੇ ਮੈਡੀਕਲ ਅਫਸਰ ਇੰਚਾਰਜ ਹਦਾਇਤਾਂ ਜਾਰੀ ਕੀਤੀਆਂ ਕਿ ਤੁਸੀਂ ਲੋਕਾਂ ਨੂੰ ਰਿਕੁਐਸਟ ਜ਼ਰੂਰ ਕਰੋ ਕਿ ਅੱਧਾ ਘੰਟਾ ਵੇਟ ਕਰੋ। ਅੱਛਾ ਡਾਕਟਰ ਸਾਹਿਬ, ਕਈ ਲੋਕ ਐਸੇ ਨੇ ਜਿਨ੍ਹਾਂ ਨੂੰ ਫਸਟ ਡੋਜ਼ ਲੱਗ ਤੇ ਗਈ ਹੈ, ਬਟ ਉਹ ਜਦੋਂ ਸੈਕਿੰਡ ਡੋਜ਼ ਲਗਵਾਉਣ ਜਾਂਦੇ ਆ ਉਹਨਾਂ ਨੂੰ ਪ੍ਰੋਬਲਮ ਆ ਰਹੀ, ਉਹਨਾਂ ਦਾ ਪੋਰਟਲ 'ਤੇ ਨਹੀਂ ਸ਼ੋਅ ਕਰ ਰਿਹਾ, ਅਤੇ ਐਸੇ ਲੋਕਾਂ ਨੂੰ ਕਿਆ ਕਹਿੰਦੇ ਹੋ? ਨਹੀਂ, ਜਿਹੜੀ ਕੋਵੈਕਸੀਨ ਦੀ ਸੈਕੰਡ ਡੋਜ਼ ਸੀ ਉਹ ਆਲਰੇਡੀ ਸਿਵਲ ਹਸਪਤਾਲ 'ਚ ਲੱਗ ਰਹੀ ਆ। ਬਾਕੀ ਵੀ ਈਵਨ ਅਸੀਂ ਫੋਨ ਜਿਹੜੇ ਸਾਡੇ ਰੋਜ਼ ਜਿਹੜਾ ਸਾਡਾ ਪੈਂਡਿੰਗ ਸੀਗਾ, ਤਕਰੀਬਨ 100 ਫੋਨ ਅਸੀਂ ਰੋਜ਼ ਜਿਹੜੇ ਹੈਗੇ ਆ ਕਰਵਾ ਰਹੇ ਹਾਂ, ਜਿਹਨਾਂ ਦੀ ਸੈਕੰਡ ਡੋਜ਼ ਕੋਵੈਕਸੀਨ ਦੀ ਡੋਜ਼ ਆ, ਕਿਉਂਕਿ ਉਹ 4 ਤੋਂ 6 ਹਫ਼ਤੇ ਲੱਗਣੀ ਆ। ਅਤੇ ਕਾਫੀ ਲੋਕਾਂ ਨੂੰ ਜਿਹੜੀ ਵੈਕਸੀਨ ਸਾਡੀ ਲੱਗਣੀ ਸੈਕੰਡ ਡੋਜ਼ ਸ਼ੁਰੂ ਹੋ ਗਈ ਆ। ਜਿੱਥੋਂ ਕੋਵਿਸ਼ੀਲਡ ਦਾ ਸੰਬੰਧ ਹੈਗਾ ਉਹ 3 ਮਹੀਨਿਆਂ ਬਾਅਦ ਲੱਗਣੀ ਹੈਗੀ ਆ। ਉਹ ਅਸੀਂ ਆਲਰੇਡੀ ਜਿੰਨੇ ਜਿਹੜੇ ਸਾਡੇ ਕੈਂਪ ਚੱਲ ਰਹੇ ਨੇ ਜਾਂ ਸਾਈਟ ਹੈਗੀ ਆ, ਉੱਥੇ ਹਦਾਇਤਾਂ ਜਾਰੀ ਕਰਤੀਆਂ ਕਿ ਉੱਥੇ ਬਾਹਰ ਫਲੈਕਸ ਲਗਾਓ ਕਿ ਜਿਹੜੀ ਸੈਕੰਡ ਡੋਜ਼ ਆ ਉਹ ਕੋਵਿਸ਼ੀਲਡ ਦੀ ਉਹ 12 ਤੋਂ 14 ਹਫ਼ਤਿਆਂ ਬਾਅਦ ਲੱਗਣੀ ਹੈ। ਕੋਈ ਡਾਕਟਰ ਸਾਹਿਬ ਡਿਸਟ੍ਰਿਕਟ ਲੈਵਲ 'ਤੇ ਕੋਈ ਡਿਜ਼ਾਸਟਰ ਮੈਨੇਜਮੈਂਟ ਕਮੇਟੀ ਬਣਾਈ ਹੈ ਜੋ ਰਿਪੋਰਟ ਬਣਾ ਕੇ ਦਿੱਤੇ ਵੀ ਮਹਾਮਾਰੀ ਨੂੰ ਨਿਪਟਣ ਜਿਹੜੀ ਆਉਣ ਵਾਲੀ ਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਲਈ ਕਿਆ ਹੋਣਾ ਚਾਹੀਦਾ? ਨਹੀਂ, ਆਲਰੇਡੀ ਸਾਡੀ ਜਿਹੜੀ ਕੋਰ ਕਮੇਟੀ ਇੱਥੇ ਇੱਕ ਡਿਸਟ੍ਰਿਕਟ ਹੈੱਡਕੁਆਟਰ 'ਤੇ ਬਣੀ ਆ, ਜਿਹਦੇ 'ਚ ਮੈਂ ਹੈਗਾ, ਸਾਡੇ ਜਿਹੜੇ ਸਾਰੇ ਪ੍ਰੋਗਰਾਮ ਅਫਸਰ ਹੈਗੇ ਆ, ਉਹ ਅਸੀਂ ਆਲਰੇਡੀ ਪਲੈਨਿੰਗ ਜਿਸ ਤਰ੍ਹਾਂ ਕਿ ਨੈਕਸਟ ਵੇਵ ਆ ਸਕਦੀ ਆ ਜੋ ਐਕਸਪੈਕਟਡ ਹੈਗੀ ਆ, ਉਹਦੇ ਲਈ ਅਸੀਂ ਆਲਰੇਡੀ ਕੰਮ ਕਰ ਰਹੇ ਹਾਂ, ਜਿਹਦੇ ਲਈ ਅਸੀਂ ਇੱਕ 50 ਬੈੱਡ ਦਾ ਸੈਂਟਰ ਸਿਵਲ ਹਸਪੀਟਲ ਅਸੀਂ ਪਰਸੋਂ ਇੰਸਪੈਕਸ਼ਨ ਕੀਤੀ ਸੀ ਸੈਟਰਡੇ ਨੂੰ। ਉਹ ਅਸੀਂ ਆਲਰੇਡੀ ਜਿਹੜਾ ਉੱਥੇ ਟੌਪ ਫਲੋਰ 'ਤੇ ਜਿੱਥੇ ਅਲੱਗ ਲਿਫਟ ਹੋਏਗੀ, ਅਲੱਗ ਟਰਾਏਜ ਏਰੀਆ ਹੋ ਗਿਆ, ਉਹ ਅਸੀਂ ਆਈਡੈਂਟੀਫਾਈ ਕਰ ਲਿਆ ਫਿਜ਼ੀਕਲ ਵਿਜ਼ਿਟ ਕਰਕੇ। ਅਤੇ ਉਹ ਸਰਕਾਰ ਨੂੰ ਵੀ ਇਹਦੀ ਸੂਚਨਾ ਜਿਹੜੀ ਹੈਗੀ ਆ ਉਹ ਔਨ ਰਿਕਾਰਡ ਡਾਇਰੈਕਟਰ ਸਾਹਿਬ ਨਾਲ ਗੱਲ ਹੋ ਗਈ, ਅਤੇ ਸੂਚਨਾ ਜਿਹੜੀ ਉਹਨਾਂ ਨੇ ਲੈ ਲਈ ਸਾਡੇ ਤੋਂ ਕਿ 50 ਬੈੱਡ ਤੁਸੀਂ ਕਿੱਥੇ ਕਰੋਗੇ, ਅਤੇ 20 ਬੈੱਡ ਅਸੀਂ ਨਾਰਾਇਣਗੜ੍ਹ ਜਿਹੜਾ ਸਾਡਾ USCHE ਹੈ ਸਾਡੀ ਅਰਬਨ CHE, ਉੱਥੇ 20 ਬੈੱਡ ਸ਼ੁਰੂ ਕਰਤਾ। ਅਤੇ ਇਸ ਤਰ੍ਹਾਂ 50 ਅਤੇ 20 70 ਬੈੱਡ ਸਾਡੇ ਜਿਹੜੇ ਆ ਇਮੀਡੀਏਟਲੀ ਸਾਡੀ ਜਿਹੜੀ ਡਿਸਟ੍ਰਿਕਟ ਲੈਵਲ ਦੇ ਕਮੇਟੀ ਆ ਉਹਨੇ ਕਰਤਾ। ਅਤੇ ਲੋੜ ਪੈਣ 'ਤੇ ਅਸੀਂ ਬਾਕੀ ਫਿਰ ਸਬ ਡਿਵੀਜ਼ਨ ਜਿਵੇਂ ਸਾਡੀ ਬਾਬਾ ਬਕਾਲਾ ਜਾਂ ਅਜਨਾਲਾ, ਉੱਥੇ ਵੀ ਅਸੀਂ 20 ਸੈਂਟਰ ਦੀ ਪ੍ਰਪੋਜ਼ਲ ਆਲਰੇਡੀ ਸਰਕਾਰ ਨੂੰ ਭੇਜਤੀ ਆ। ਡਾਕਟਰ ਸਾਹਿਬ, ਜਿਵੇਂ ਇਸ ਵੇਲੇ ਕਿੰਨੇ ਰਿਪੋਰਟ ਕੇਸ ਹੋਏ ਬਲੈਕ ਫੰਗਸ, ਵਾਈਟ ਫੰਗਸ ਅਤੇ ਯੈਲੋ ਫੰਗਸ ਤੇ ਕਿੰਨੀਆਂ ਡੈਥਸ ਹੋਈਆਂ? ਸਾਡੇ ਕੋਲ ਜਿਹੜੀਆਂ ਹੈਗੀਆਂ ਟੋਟਲ 31 ਕੇਸ ਰਿਪੋਰਟ ਹੋਈ ਸੀ, ਜਿਨ੍ਹਾਂ 'ਚੋਂ 4 ਡੈਥ ਹੋਈਆਂ ਹੈਗੀਆਂ, ਬਾਕੀ 3 ਰੈਫਰ ਹੋਏ, ਅਤੇ 24 ਸਾਡੇ ਐਕਟਿਵ ਕੇਸ ਆ, ਜਿਹਦੇ 'ਚ ਇੱਕ ਵਾਈਟ ਫੰਗਸ ਦਾ ਕੇਸ ਆ ਮੈਡੀਕਲ ਕਾਲਜ। ਡਾਕਟਰ ਸਾਹਿਬ, ਐਂਫੋਟੈਰਾਸਿਨ B ਨਹੀਂ ਮਿਲ ਰਿਹਾ, ਉਹ ਬੜੀ ਸ਼ਾਰਟੇਜ ਹੈ, ਕਈ ਪੇਸ਼ੈਂਟਸ ਦਾ ਆਪਰੇਸ਼ਨ ਡਿਲੇ ਹੋ ਰਿਹਾ। ਨਹੀਂ, ਐਂਫੋਟੈਰਾਸਿਨ ਜਿਹੜੀ ਹੈ ਮੈਡੀਕਲ ਕਾਲਜ ਨੂੰ ਜਿਹੜੀ ਲਗਾਤਾਰ ਮਿਲ ਰਹੀ ਹੈਗੀ ਹੈ, ਬਾਕੀ ਪ੍ਰਾਈਵੇਟ ਸੈਕਟਰ 'ਚ ਥੋੜ੍ਹੀ ਕਮੀ ਜ਼ਰੂਰ ਹੈਗੀ, ਪਰ ਉਹਦਾ ਜਿਹੜੀ ਐਕਸਪਰਟ ਕਮੇਟੀ ਬਣਾਈ ਆ ਸਰਕਾਰ ਦੇ ਪੱਧਰ 'ਤੇ, ਜਿਹੜੇ ਉਹ 'ਚ ਵੱਖ-ਵੱਖ ਮੈਡੀਕਲ ਕਾਲਜਾਂ 'ਚੋਂ ਪ੍ਰੋਫੈਸਰ ਲੈਵਲ ਦੇ ਬੰਦੇ ਲਏ ਗਏ, ਉਹਨਾਂ ਨੇ ਇਹਦਾ ਸਬਸਟੀਚਿਊਟ ਵੀ ਕਿਹਾ ਕਿ ਪੋਸਾਕੋਨਾਜ਼ੋਲ ਵਗੈਰਾ ਜਿਹੜੀਆਂ ਡਰੱਗ ਹੈਗੀਆਂ ਜਾਂ ਈਸਾਕੋਨਾਜ਼ੋਲ ਹੈਗੀਆਂ ਉਹ ਸਾਡੇ ਕੋਲ ਅਵੇਲੇਬਲ ਹੈਗੀਆਂ, ਅੰਮ੍ਰਿਤਸਰ ਸਾਡੇ ਆਫਿਸ ਵਿੱਚ ਵੀ ਆ, ਉਹ ਅਸੀਂ ਪੇਸ਼ੈਂਟਸ ਨੂੰ ਦੇ ਰਹੇ ਹਾਂ। ਅਤੇ ਪੇਸ਼ੈਂਟਸ ਨੂੰ ਚਾਹੀਦਾ ਕਿ ਜੋ ਪ੍ਰੋਟੋਕੋਲ ਡਾਕਟਰ ਲਿਖ ਰਹੇ ਆ ਉਹਨੂੰ ਫੋਲੋ ਕਰਨਾ ਚਾਹੀਦਾ। ਡਾਕਟਰ ਸਾਹਿਬ, ਜਿਵੇਂ ਇਹ ਕਹਿ ਰਿਹਾ ਜੀ ਵੀ ਤੁਸੀਂ ਦੱਸਿਆ ਵੀ 3 ਲੱਖ ਵੈਕਸੀਨੇਸ਼ਨ ਲੱਗ ਚੁੱਕੀ, ਕਿੰਨੀ ਸਾਨੂੰ ਰਿਕੁਆਇਰਮੈਂਟ ਹੈ ਅਤੇ ਕਿੰਨੀ ਮਿਲ ਰਹੀ ਹੈ? ਨਹੀਂ, ਵੈਕਸੀਨੇਸ਼ਨ ਦੇਖੋ ਜੀ 18 ਸਾਲ ਤੋਂ ਉੱਪਰ ਜਿਹੜੀ ਸਾਰੀ ਕੈਟੇਗਰੀ ਨੂੰ ਜਿਹੜੀ ਹੈਗੀ ਆ ਉਹ ਵੈਕਸੀਨੇਸ਼ਨ ਹੋਣੀ ਚਾਹੀਦੀ ਹੈਗੀ ਆ। ਸਾਡੀ ਸਿਰਫ ਜਿਹੜੀ ਹੈਗੀ, ਜੇ ਮੈਂ ਅੱਜ ਦੱਸਾਂ ਤੁਹਾਨੂੰ, ਤਕਰੀਬਨ 7% ਜਿਹੜੀ ਵੈਕਸੀਨੇਸ਼ਨ ਹਜੇ ਹੋਈ ਆ, 7-8% ਹੋਈ ਆ।
ਹਜੇ ਬਹੁਤ ਵੈਕਸੀਨੇਸ਼ਨ ਜਿਹੜੀ ਹੈਗੀ ਆ ਉਹ ਡਿਊ ਆ, ਕਿਉਂਕਿ ਪਹਿਲਾਂ ਜਦੋਂ ਵੈਕਸੀਨ ਆਈ ਸੀ ਉਦੋਂ ਥੋੜ੍ਹੀ ਹੈਜੀਟੈਂਸੀ ਸੀ ਲੋਕਾਂ 'ਚ, ਥੋੜ੍ਹਾ ਇੱਕ ਡਰ ਸੀਗਾ ਤੇ ਉਦੋਂ ਵੈਕਸੀਨ ਜਿਹੜੀ ਸਾਡੀ ਘੱਟ ਲੱਗੀ। ਪਰ ਹੁਣ ਕਿਉਂਕਿ 3 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਲੱਗ ਗਈ ਆ ਤੇ ਹੁਣ ਲੋਕ ਵੀ ਚਾਹੁੰਦੇ ਆ, ਤਾਂ ਹੀ ਸਰਕਾਰ ਨੇ ਕੀਤਾ ਕਿ ਪ੍ਰਾਈਵੇਟ ਹਾਊਸਿਸ ਨੂੰ ਇਨਵੋਲਵ ਕਰ ਰਹੇ ਆ, ਅਸੀਂ ਕਾਰਪੋਰੇਟ ਹਾਊਸ ਨੂੰ ਇਨਵੋਲਵ ਕਰ ਰਹੇ ਆ, ਜਿਹੜੇ ਹੋਰ ਜਿਹੜੇ ਐਸੋਸੀਏਸ਼ਨ ਆ ਜਿਹੜੇ ਖਰੀਦ ਸਕਦੀਆਂ ਉਹ ਵੀ ਇਨਵੋਲਵ ਹੋ ਰਹੀਆਂ ਨੇ ਤਾਂ ਕਿ ਵੈਕਸੀਨ ਜਿਹੜੀ ਵੱਧ ਤੋਂ ਵੱਧ ਲੱਗ ਸਕੇ। ਡਾਕਟਰ ਸਾਹਿਬ ਹੋਰ ਕੁਝ ਦੱਸਣਾ ਚਾਹੋ? ਨਹੀਂ, ਮੈਂ ਇਹੀ ਤੁਹਾਡੇ ਮਾਧਿਅਮ ਜਿਹੜਾ ਚੈਨਲ ਦੀ ਅਪੀਲ ਕਰਾਂਗੇ ਕਿ ਵੈਕਸੀਨ ਜੀ ਬੇਸ਼ੱਕ ਕਰੋਨਾ ਦੇ ਕੇਸ ਘਟ ਗਏ ਨੇ, ਪਰ ਸਾਨੂੰ ਬਿਲਕੁਲ ਵੀ ਇਹਨੂੰ ਧਿਆਨ ਰੱਖਣਾ ਚਾਹੀਦਾ। ਅਸੀਂ ਮਾਸਕ, ਸੋਸ਼ਲ ਡਿਸਟੈਂਸਿੰਗ, ਵੈਕਸੀਨੇਸ਼ਨ, ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਜਦੋਂ ਤੱਕ ਕਰੋਨਾ ਦੇ ਕੇਸ ਖਤਮ ਨਹੀਂ ਹੁੰਦੇ ਜਾਂ ਸਾਰੇ ਲੋਕਾਂ ਦੀ ਵੈਕਸੀਨੇਸ਼ਨ ਨਹੀਂ ਹੁੰਦੀ ਉਦੋਂ ਤੱਕ ਇਹ ਜਿਹੜਾ ਅਲਰਟ ਹੈਗਾ ਉਹਨੂੰ ਸਾਨੂੰ ਧਿਆਨ ਰੱਖਣਾ ਚਾਹੀਦਾ। ਅੱਛਾ ਸਰ, ਇੱਕ ਟੋਟਲ ਲਾਸਟ ਕੁਐਸਚਨ ਹੈ ਜੀ, ਟੋਟਲ ਕਿੰਨੀ ਜਗ੍ਹਾ ਤੇ ਵੈਕਸੀਨੇਸ਼ਨ ਲੱਗ ਰਹੀ ਹੈ ਤੇ ਕਿੰਨੀਆਂ ਜਗ੍ਹਾ ਤੇ ਕੋਵਾਸ਼ੀਲਡ ਦੀ ਫਸਟ ਸੈਕਿੰਡ ਡੋਜ਼ ਲੱਗ ਰਹੀ ਹੈ? ਸਾਡੇ ਜਿਹੜੇ ਅੱਜ 46 ਹੈਲਥ ਸੈਂਟਰ ਚੱਲ ਰਹੇ ਆ, 4 ਕੈਂਪ ਚੱਲ ਰਹੇ ਆ, ਟੋਟਲ 50 ਜਿਹੜੇ ਸਾਡੇ ਜਗ੍ਹਾ ਤੇ ਵੈਕਸੀਨੇਸ਼ਨ ਹੋ ਰਹੀ ਹੈ। ਤੇ ਆ ਜਿਹੜੀ ਡਿਟੇਲਸ ਹੈਗੀ ਹੈ ਮੇਰੇ ਕੋਲ, ਇਹ ਆਲਰੇਡੀ ਮੈਂ ਤੁਹਾਨੂੰ ਦਿਖਾ ਸਕਦਾ ਜੀ। ਇਹ ਅਸੀਂ ਅਲੱਗ-ਅਲੱਗ ਕੀਤਾ ਹੈ ਕਿ ਕੋਵਿਸ਼ੀਲਡ ਕਿੱਥੇ ਲੱਗ ਰਹੀ ਹੈ, ਕੋਵੈਕਸਿਨ ਕਿੱਥੇ ਹੈ, ਤੇ ਆਲਰੇਡੀ ਮੀਡੀਆ ਗਰੁੱਪ ਵੀ ਸ਼ੇਅਰ ਕੀਤਾ ਹੈ ਤੇ ਬਾਕੀ ਜਿਹੜੇ ਸਾਰੇ ਡਾਕਟਰਸ ਨੇ ਇਹ ਸਾਰਿਆਂ ਨੂੰ ਪਾਇਆ ਗਿਆ ਕਿ वैक्सीनेशन। ये देखिए, ये डॉक्टर साहब, डॉक्टर सिविल सर्जन डॉक्टर चरण जी दिखा रहे हैं भी कौन कौन सी जगह पर वैक्सीनेशन लग रही है, कोवैक्सीन कहाँ पर लग रही है और कोवाशील्ड की वैक्सीन कहाँ पर लगाई जा रही है। अब ये स्पष्ट हो गया है कि जो प्राइवेट अस्पताल हैं सीधे तौर पर कंपनी से अब वैक्सीनेशन नहीं खरीद सकेंगे। जो भी वैक्सीनेशन उनको खरीदनी है वो सरकार को पैसे जमा कराएंगे। इसके लिए सरकार की ओर से एक अकाउंट नंबर भी जारी कर दिया गया है। और अब अगर प्राइवेट अस्पताल वो खरीदते हैं वैक्सीन तो वहाँ पर उन्हें कोई बंदिश नहीं होगी भी सिर्फ किसी कोमॉर्बिडिटी या किसी हेल्थ वर्कर के परिवार के सदस्यों को ही इंजेक्शन लगाया जाना है। 18 साल की उम्र से जो भी प्लस है वहाँ पर इंजेक्शन लगाए जा सकेंगे। उसके लिए कितने पैसे लेंगे ये अभी तक कैपिंग नहीं की गई है, लेकिन उम्मीद की जा रही है कि प्राइवेट अस्पतालों की तरफ से 1500 रुपये की वैक्सीनेशन लगवाई जाएगी। अमृतसर से D4 न्यूज़ के लिए दीपक भंडारी की खास रिपोर्ट।